वक्त मानसा दियां जा रहा मानसा तो देख रहे हो इस वक्त सिद्धू मूसेवाल दी जिहड़ी राजा बड़ी रजिंदर मेरे नाल हो गया यार धक्का ना मारे धक्का ना मारे बंदा देख ले यार वो बंदा कुछ नहीं कर एक बार से धक्का ना मारे पीछे पूरी चल भाई धक्का ना पीछे हो मेरे में दोनों भाई वो दिक्कत बाइक तो ना वो नरेगा देखी हक खावी वो होल्ड बात नहीं होगा केंद्र मारता तो सारे साइड पे हो जाएंगे अरे नहीं ਉੱਥੇ बैठेंगे अच्छा अच्छा नंद जी हाँ जी चल हाँ जी बोलिए मेरे भाई पूरी खुली सड़क पूरी कायम रहे हालातां ने जिहड़ा रुख दिखाया ਉਹ ਅਜਿਹਾ ਰੁਖ ਸੀ ਜਿਹੜਾ ਕਦੀ ਜਿਹੜਾ ਆ ਆਪਣੇ ਆਪ ਨੂੰ ਬਿਆਨ ਨਹੀਂ ਕਰ ਪਾਏਗਾ ਕਿਸੇ ਦੇ ਮਨ ਨੂੰ ਕਿਸੇ ਦੇ ਦਿਲ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ 28 ਸਾਲਾਂ ਦਾ ਉਹ ਨੌਜਵਾਨ ਜਿਹੜਾ ਕੱਲ੍ਹ ਤੱਕ ਕਰਿਆ ਸੀ ਨਵੇਂ मानसा सताई साल की महज गोलियां मार के कतल कर दिता गया तो उस कतल को लैके कटिया जा रहा हो चुका है भाई तुरे बड़ा जा रे भाई केले बड़ा तुरी जा रही है मुर्दाबाद 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 फांसी दो फांसी दो तेरा नाम रहेगा तेरा नाम रहेगा फांसी दो
ਹਾਂਜੀ ਇੱਕ ਪੰਜਾਬ ਦੇ ਇੱਕ ਨੌਜਵਾਨ ਜਿਹੜਾ ਸਗਲਾਕੇ ਦਾ ਮਾਨ ਸੀ ਉਹਦੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਕੀ ਸੋਚਦੇ ਹੋ ਅੱਜ ਕੈਂਡਲ ਮਾਰਚ ਦਾ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਬਸ ਮਤਲਬ ਕਿ ਮਨ ਦੁਖੀ ਬਹੁਤ ਨੇ ਜੀ, ਦੁਖੀ ਬਹੁਤ ਹੈ ਜੀ। ਮਨ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ, ਬੋਲਣ ਵਾਸਤੇ ਹੈ ਨਹੀਂ ਜੀ ਕੁਛ। ਬਹੁਤ ਅੰਦਰੋਂ ਦੁੱਖ ਹੈ ਸਾਨੂੰ ਇਸ ਗੱਲ ਦਾ। ਮਤਲਬ ਕਿ ਜੋ ਸਰਕਾਰਾਂ ਨੂੰ ਚਾਹੀਦਾ ਸਿਕਿਉਰਿਟੀ ਵਾਪਸ ਲੈਣ ਦਾ ਗਲਤ ਗੱਲ ਹੈ, ਕਿਉਂਕਿ ਜਦੋਂ ਹੁਣ ਆਪਾਂ ਨੂੰ ਪਤਾ ਵੀ ਪੰਜਾਬ ਦਾ ਮਾਹੌਲ ਆਪੇ ਖਰਾਬ ਆ ਹਨਾ, ਕਿਉਂਕਿ ਆਪਾਂ ਸਿਕਿਉਰਿਟੀ ਜ਼ਬਰਦਸਤੀ ਖੋ ਰਹੇ ਹਾਂ। ਇਹ ਬਹੁਤ ਗਲਤ ਰਾਜਨੀਤੀ ਹੈ ਸਰਕਾਰ ਦੀ, ਸਰਕਾਰ ਨੂੰ ਖੁਦ ਦੇਖਣਾ ਚਾਹੀਦਾ। ਪੰਜਾਬ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਇਨਸਾਫ ਦੇ ਬਾਰੇ? ਵੀ ਸਾਨੂੰ ਇਨਸਾਫ ਚਾਹੀਦਾ ਜੀ, ਜਿਹੜੇ ਕਾਤਲ ਨੇ ਫਾਂਸੀ ਚਾਹੀਦੀ ਉਹਨਾਂ ਨੂੰ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ, ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਕੀ ਕਹਿਣਾ ਤੁਹਾਡਾ ਇਸ ਤੇ? ਦੇਖੋ ਜੀ, ਮੈਂ ਮੰਨਦਾ ਕਿ ਇਹ ਸਿਰਫ ਇੱਕ ਘਟਨਾ ਨਹੀਂ ਹੈ, ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜਿਹਦੇ ਤਹਿਤ ਉਹਨੂੰ ਮਾਰਿਆ ਗਿਆ, ਕਿਉਂਕਿ ਉਹ ਸੱਚ ਦੇ ਪਹਿਰਾ ਦਿੰਦਾ ਸੀਗਾ, ਉਹ ਖੁੱਲ੍ਹ ਕੇ ਗੱਲ ਕਰਦਾ ਸੀ, ਸਰਕਾਰਾਂ ਨੂੰ ਬੇਨਕਾਬ ਕਰਦਾ ਸੀ, ਇਸ ਕਰਕੇ ਉਹਨੂੰ ਮਾਰਿਆ ਗਿਆ। ਔਰ ਜਿਸ ਤਰੀਕੇ 24 ਘੰਟੇ ਪਹਿਲੇ ਉਹਦੀ ਸਿਕਿਉਰਿਟੀ ਹਟਾਈ ਜਾਂਦੀ ਹੈ, ਉਹਦੇ ਬਾਅਦ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ, ਉਹ ਨੋਟੀਫਿਕੇਸ਼ਨ ਵਿਚ ਸ਼ੁੱਡ ਨਾਟ ਬੀ ਗਿਵਨ ਟੂ ਐਨੀ ਪਬਲਿਕ, ਬਟ ਉਹ ਬਾਹਰ ਲੀਕ ਕੀਤੀ ਜਾਂਦੀ ਹੈ ਲਿਸਟ। ਉਸ ਲਿਸਟ ਦੇ ਲੀਕ ਹੋਣ ਦੇ ਬਾਅਦ ਉਹਦੇ ਕਾਤਲਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਜਾਂ ਦੱਸਿਆ ਜਾਂਦਾ ਹੈ ਕਿ ਹਾਂ ਬਈ ਹੁਣ ਉਹਦੀ ਸਿਕਿਉਰਿਟੀ ਨਹੀਂ ਹੈ। ਉਹਦੇ ਬਾਅਦ ਉਸ ਨੌਜਵਾਨ ਨੂੰ ਜਿਸ ਤਰੀਕੇ 15 ਬੰਦੇ ਉਹਦੀ ਗੱਡੀ ਨੂੰ ਘੇਰ ਕੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ, ਇਹ ਗੁੰਡਾ ਰਾਜ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ, ਇਹ ਸਿਰਫ ਔਰ ਸਿਰਫ ਇਸ ਕਰਕੇ ਚੱਲ ਰਿਹਾ ਕਿਉਂਕਿ ਨਿਕੰਮੀ ਸਰਕਾਰ ਇਸ ਪੰਜਾਬ ਦੇ ਵਿੱਚ ਹੁਣ ਆ ਚੁੱਕੀ ਹੈ। ਇਸ ਤੋਂ ਇਲਾਵਾ ਜਿਹੜਾ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕੋਲ ਬੁਲਟ ਪ੍ਰੂਫ ਗੱਡੀ ਜਿਹੜੀ ਹਜੇ ਵੀ ਸੀਗੀ ਤੇ 2 ਸਿਕਿਉਰਿਟੀ ਗਾਰਡ ਵੀ ਸੀਗੇ, ਤੇ ਉਹਨਾਂ ਦੇ ਬਾਰੇ ਤੁਹਾਡਾ ਕੀ? ਦੇਖੋ ਜੀ, ਉਹਨੂੰ ਜਿਸ ਹਿਸਾਬ ਨਾਲ ਥ੍ਰੈਟ ਸੀਗੀ, ਉਹ ਸੈਂਟਰਲ ਏਜੰਸੀਜ਼ ਤੋਂ ਵੀ ਇਹ ਕਲੀਅਰ ਸੀਗਾ ਸਟੇਟ ਏਜੰਸੀਜ਼ ਨੂੰ ਕਿ ਇਹਨੂੰ ਹਾਈ ਥ੍ਰੈਟ ਹੈਗੀ ਹੈ, ਇਹਨੂੰ ਸਿਕਿਉਰਿਟੀ ਜ਼ਿਆਦਾ ਦੇਣੀ ਚਾਹੀਦੀ ਹੈ। ਪਹਿਲੇ ਉਹਦੇ ਕੋਲ 8 ਗਾਰਡ ਸੀਗੇ, 8 ਤੋਂ 4 ਕੀਤੇ ਗਏ, 4 ਤੋਂ 2 ਕੀਤੇ ਗਏ। ਜਿਹੜਾ ਹੁਣ ਕਿਹਾ ਜਾ ਰਿਹਾ ਕਿ 2 ਗਾਰਡ ਉਹਦੇ ਕੋਲ ਸੀਗੇ, ਉਹਨਾਂ ਵਿੱਚੋਂ ਇੱਕ ਗਾਰਡ ਜਿਹੜਾ ਉਹ ਬਿਮਾਰ ਸੀਗਾ, ਦੂਸਰਾ ਗਾਰਡ ਜਿਹੜਾ ਕਿਉਂਕਿ 12-12 ਘੰਟੇ ਦੀਆਂ ਸ਼ਿਫਟਾਂ ਕਰਕੇ ਉਹ ਥੱਕਿਆ ਹੋਇਆ ਸੀ, ਤਾਂ ਕਰਕੇ ਸਿੱਧੂ ਦੇ ਨਾਲ ਨਹੀਂ ਗਿਆ। ਸੋ ਇਹ ਟੋਟਲ ਐਂਡ ਟੋਟਲ ਪ੍ਰਸ਼ਾਸਨ, ਸਰਕਾਰ ਔਰ ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇੱਕ ਨੌਜਵਾਨ ਜਿਹੜਾ ਪੂਰਾ ਨਾ ਸਿਰਫ ਮਾਨਸਾ, ਨਾ ਸਿਰਫ ਮੂਸਾ, ਬਲਕਿ ਪੰਜਾਬ ਦਾ ਨਾਂ ਪੂਰੇ ਦੁਨੀਆ ਦੇ ਵਿੱਚ ਰੋਸ਼ਨ ਕਰ ਰਹੇ ਸੀ, ਉਹਦੀ ਜਾਨ ਦੀ ਰੱਖਿਆ ਕਰਦੇ, ਜਿਹਦੇ ਵਿੱਚ ਉਹ ਫੇਲ ਹੋਏ ਨੇ। ਇਹ ਸਰਕਾਰ ਫੇਲ ਹੋਈ ਹੈ। ਭਗਵੰਤ ਮਾਨ ਜੀ ਨੂੰ ਇਹਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਜੀ। ਗੋਲੀ ਭਾਈ ਸਾਡੇ ਮੂੰਹ ਚੋਂ ਕੁਝ ਨਹੀਂ ਨਿਕਲ ਰਿਹਾ, ਜਦੋਂ ਸਾਡੇ ਸੱਟ ਹੀ ਲੱਗੀ ਘਰ ਨੂੰ, ਇਹਦੇ ਉੱਤੇ ਹੋਰ ਕੀ ਹੁੰਦਾ? ਸਾਡਾ ਕਹਿ ਕੀ ਜਿਹਦਾ ਨੌਜਵਾਨ ਮੁੰਡਾ ਮਰ ਗਿਆ, ਕੀ ਕਰਨਗੇ ਉਹ? ਥੈਂਕ ਯੂ, ਸ਼ੁਕਰੀਆ। ਸਾਨੂੰ ਤਾਂ ਇਹ ਲੱਗਦਾ ਵੀ ਇਹ ਸ਼ੁਰੂਆਤ ਹੈ। ਜਦੋਂ ਦੀ ਸਰਕਾਰ ਬਣੀ ਹੈ, ਨਾ ਅਹਿਲੀਅਤ ਇਹਨਾਂ ਦੀ ਦਿਨ ਬ ਦਿਨ ਸਾਡੇ ਸਾਹਮਣੇ ਆਉਂਦੀ ਹੈ। ਕਦੀ ਸਾਡੇ ਕਬੱਡੀ ਖਿਡਾਰੀ, ਕਦੀ ਸਾਡੇ ਉਦਯੋਗਪਤੀ, ਕਦੀ ਸਾਡੇ ਜਿਹੜੇ ਨੌਜਵਾਨ ਗਾਇਕ ਹੈ, ਕੈਲੀਬਰ ਹੈ, ਇਹਨਾਂ ਦੀ ਸੁਰੱਖਿਆ ਹੈ ਨਹੀਂ। ਇਹਨਾਂ ਤੋਂ ਇਲਾਵਾ ਕਿਸੇ ਦੀ ਵੀ ਸੁਰੱਖਿਆ ਹੈ ਨਹੀਂ ਜੀ। ਪੰਜਾਬ 'ਚ ਇਹਨਾਂ ਨੂੰ ਸੁਰੱਖਿਆ ਹੋ ਹੀ ਨਹੀਂ ਰਹੀ। ਸਾਡੀ ਤਾਂ ਮਜਬੂਰੀ ਹੋਈ ਪਈ ਹੈ ਵੀ ਅਸੀਂ ਸਰਕਾਰ ਤੋਂ ਮੰਗ ਕਰੀਏ, ਸਾਡੇ ਬੱਚੇ ਕਿੱਥੇ ਸੁਰੱਖਿਅਤ ਨੇ, ਸਾਡੇ ਬੱਚੇ ਕਿਹੜੇ ਦੇਸ਼ 'ਚ ਸੁਰੱਖਿਅਤ ਨੇ, ਅਸੀਂ ਉਹਨਾਂ ਨੂੰ ਕਿੱਥੇ ਪਹੁੰਚਾਈਏ। ਅਸੀਂ ਮੰਗ
ਕਰਦੇ ਹਾਂ ਵੀ ਸਾਨੂੰ ਇਸ ਤਰ੍ਹਾਂ ਦਾ ਕੋਈ ਵਿਧੀ ਵਿਧਾਨ ਦੱਸਿਆ ਜਾਵੇ ਜਿੱਥੇ ਸਾਨੂੰ ਬਾਕੀ ਰੋਟੀ ਪਾਣੀ ਦਾ ਹੋਰ ਦਾ ਸਰ ਜਾਂਦਾ ਜੀ। ਸਾਡੀ ਤਾਂ ਸੁਰੱਖਿਆ ਹੀ ਹੈ ਨਹੀਂ, ਘੇਰ ਕੇ ਬੱਚੇ ਨੂੰ ਮਾਰ ਦੇਣਾ। ਅੱਗੋਂ ਹੁਣ ਅੱਗੇ ਫਿਰ ਬੇਸ਼ਰਮੀ ਵੀ ਡੀਜੀਪੀ ਸਾਹਿਬ ਗੈਂਗਵਾਰ ਦੱਸ ਰਹੇ ਨੇ। ਇਹਦੇ ਪਤਾ ਨਹੀਂ ਹੁਣ ਇਹ ਏਜੰਸੀਆਂ ਕਰਵਾ ਰਹੀਆਂ ਨੇ ਇੱਥੇ, ਇਹਦੇ ਪਿੱਛੇ ਤਾਕਤਾਂ ਕਿਹੜੀਆਂ ਨੇ ਜੀ, ਇਹਨਾਂ ਤੋਂ ਕਹਾ ਰਹੀਆਂ ਨੇ। ਇਹੀ ਸਾਡੇ ਜਿਹੜੀ ਨਾਅਹਲੀਅਤ ਲੀਡਰਸ਼ਿਪ ਹੈ, ਮੈਨੂੰ ਇਹ ਪੂਰਾ ਯਕੀਨ ਹੈ, ਸ਼ੱਕ ਹੈ ਇਸ ਸਰਕਾਰ ਦੇ ਉੱਤੇ ਵੀ ਇਹ ਇਸ ਤਰ੍ਹਾਂ ਦੇ ਇਨਸੀਡੈਂਟ 3-4 ਹੋਰ ਪੰਜਾਬ 'ਚ ਵਾਪਰ ਗਏ। ਸਾਡੇ ਨੌਜਵਾਨ ਸਾਡੇ ਕੋਈ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਇਹ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਖੁਦ ਸਾਡੀ ਇਹ ਨਾਅਹਲੀਅਤ ਜਿਹੜੀ ਆਮ ਪਾਰਟੀ ਦੀ ਸਰਕਾਰ ਹੈ ਇਹ ਮੰਗ ਕਰੂਗੀ। ਸਾਨੂੰ ਉਸ ਗੱਲ ਦਾ ਖਤਰਾ ਹੈ ਕਿ ਸਾਡਾ ਪੰਜਾਬ ਫੇਰ ਜਿਵੇਂ 84 ਤੋਂ ਲੈ ਕੇ ਪਹਿਲਾਂ 78 ਤੋਂ ਲੈ ਕੇ 35,000 ਕੀਮਤੀ ਜਾਨਾਂ ਗਵਾ ਚੁੱਕਿਆ ਹੈ। ਭਾਵੇਂ ਉਹ ਆਮ ਨੌਜਵਾਨ ਸੀਗੇ, ਭਾਵੇਂ ਉਹ ਸਾਡੇ ਪੁਲਿਸ ਮੁਲਾਜ਼ਮ ਸੀ ਜਾਂ ਕਿਸ ਤਰ੍ਹਾਂ ਦੇ ਉਦਯੋਗਪਤੀ ਸੀ, ਕੋਈ ਵੀ ਇੱਥੇ ਉਦਯੋਗ ਹੀ ਨਹੀਂ ਲੱਗਿਆ ਜੀ। ਸਾਨੂੰ ਇਹ ਖਤਰਾ ਹੈ ਵੀ ਸਾਡਾ ਪੰਜਾਬ ਹੁਣ ਉਧਰ ਨੂੰ ਵੱਧ ਰਿਹਾ ਜੀ, ਵਿਦੇਸ਼ੀ ਤਾਕਤਾਂ ਕੋਈ ਏਜੰਸੀਆਂ ਕਿਵੇਂ ਸਰਕਾਰ ਨੂੰ ਇਸ ਨੂੰ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਬਦਨਾਮ ਕਰਨ ਤੇ ਲੱਗੀਆਂ ਹੋਈਆਂ, ਖਤਮ ਕਰਨ ਤੇ ਲੱਗੀਆਂ ਹੋਈਆਂ ਜੀ। ਕਿਸੇ ਨੂੰ ਸ਼ੂਟਰ ਕਰਕੇ ਮਾਰਿਆ ਜਾਂਦਾ, ਕਿਸੇ ਨੂੰ ਨਸ਼ਾ ਲਾ ਕੇ ਮਾਰਿਆ ਜਾਂਦਾ, ਕਿਸੇ ਨੂੰ ਬੇਰੁਜ਼ਗਾਰਾਂ ਨੂੰ ਮਾਰਿਆ ਜਾਂਦਾ ਜੀ। ਇਹਨਾਂ ਨੂੰ ਹੁਣ ਅੱਗੇ ਰੱਬ ਦੇ ਅਸੀਂ ਅਰਦਾਸ ਕਰਦੇ ਹਾਂ ਵੀ ਇਸ ਤਰ੍ਹਾਂ ਦਾ ਸਮਾਂ ਸਾਡੇ ਪੰਜਾਬ ਦੇ ਉੱਤੇ ਨਾ ਆਵੇ। ਜਿਹੜੀ ਨਜ਼ਰ ਲੱਗੀ ਹੈ ਉਹਨੂੰ ਲੱਖਾਂ ਮਾਵਾਂ ਦੀਆਂ ਦੁਆਵਾਂ ਨਾਲ ਉਹ ਨਜ਼ਰ ਲੱਥ ਜੇ ਜੀ। ਅਸੀਂ ਸਾਡਾ ਪੰਜਾਬ ਫਿਰ ਰੰਗਲਾ ਬਣ ਜੇ, ਜਿਵੇਂ ਇਹ ਪਾਰਟੀ ਰੰਗਲਾ ਬਣਾ ਰਹੀ ਆ ਉਵੇਂ ਅਸੀਂ ਰੰਗਲਾ ਪੰਜਾਬ ਨਹੀਂ ਚਾਹੁੰਦੇ। ਅਸੀਂ ਸਾਡਾ ਜਿਹੜਾ ਵਿਰਾਸਤੀ ਪੰਜਾਬ ਸੀਗਾ ਅਸੀਂ ਉਹ ਚਾਹੁੰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਇਸ ਇਲਾਕੇ ਦੇ ਇੱਕ ਜਿਹੜਾ ਨਿਰਮਾਣ ਸੀਗਾ, ਇਸ ਇਲਾਕੇ ਦਾ ਇੱਕ ਪੂਰੇ ਪੰਜਾਬ ਦੀ ਸ਼ਾਨ ਮੰਨਿਆ ਜਾਂਦਾ ਸੀ। ਇਸ ਨੌਜਵਾਨ ਨੂੰ ਤੇ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਤੇ ਤੁਹਾਡਾ ਕੀ ਕਹਿਣਾ ਚਾਹੀਦਾ? ਬਹੁਤ ਵੱਡਾ ਘਾਟਾ ਪਿਆ ਜੀ ਪੰਜਾਬ ਨੂੰ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪੂਰੇ ਪੰਜਾਬ 'ਚ, ਪੂਰੇ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਉਹਨਾਂ ਨੂੰ ਦਿਲ ਉਹਨਾਂ ਦੇ ਵਰੁੰਦਰੇ ਗਏ ਨੇ। ਬਹੁਤ ਵੱਡਾ ਘਾਟਾ ਪਿਆ। ਤੇ ਪੰਜਾਬ ਸਰਕਾਰ ਦੀ ਭੂਮਿਕਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਇੱਕ ਆਖਰੀ ਸਵਾਲ ਜਿਹੜਾ ਤੁਸੀਂ ਇੱਕ ਪੰਜਾਬ ਦੇ ਜਿਹੜਾ ਯੁਵਾ ਹੈ, ਪੰਜਾਬ ਦੀ ਜਿਹੜੀ ਯੰਗ ਜਨਰੇਸ਼ਨ ਹੈ, ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਕਿਹੋ ਜਿਹਾ ਮਾਹੌਲ ਜਿਹੜਾ ਇਸ ਟਾਈਮ ਬਣ ਰਿਹਾ? ਕੀ ਮੈਂ ਕਿਹਾ ਅੱਗੇ ਕਰਦਾ ਸਾਈਡ ਤੇ ਨਿਕਲਦੀ ਸਾਰਿਆਂ ਨੇ ਕੈਮਰੇ ਉੱਪਰ ਦੇ ਉੱਪਰ ਚੜਾਏ ਪਏ ਆ। ਅੱਡੇ ਵੀ ਕੀ ਬਾਦਸ਼ਾਹ ਹੈ ਨਹੀਂ ਨਿਕਲਿਆ ਜਾਣਾ। ਹਰਵਿੰਦਰ ਧਿਆਨ ਨਾਲ ਪਿੱਛੇ ਨਾਲੀ ਆ ਵਿੱਚ ਡੇਪੀ ਪੈਰ ਦੇ। ਯਾਰ रुक जा जी। ਨਹੀਂ ਨਾ ਮੇਰਾ ਪੈਰ ਗਿਆ, ਤੁਸੀਂ ਦੱਬੀ ਜਾਂਦੇ राजा साहब ਚਲਿਓ। ਐਨੇ ਨਹੀਂ ਧੱਕੇ ਕਿਉਂ ਮਾਰੇ ਹੋ ਤੁਸੀਂ? ਪਿੱਛੇ ਧੱਕਾ ਮਾਰਿਆ ਮੈਨੂੰ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ 1984 ਦੇ ਸਮੇਂ ਪੰਜਾਬ ਦੇ ਅੰਦਰ ਹਾਲਾਤ ਸਨ, ਲੋਕ ਡਰਦੇ ਸਨ ਘਰਾਂ ਤੋਂ ਬਾਹਰ ਆਉਣ ਲੱਗੇ, ਔਰ ਅੱਜ ਜਿਸ ਪ੍ਰਕਾਰ ਸਿੱਧੂ ਮੂਸੇਵਾਲੇ ਸਾਹਿਬ ਦਾ
ਮਰਡਰ ਹੋਇਆ ਹੈ, ਡੇ ਲਾਈਟ ਮਰਡਰ, ਔਰ ਸ਼ਰੇਆਮ 4:30 ਵਜੇ ਇਸ ਤਰ੍ਹਾਂ ਦੀ ਵਾਰਦਾਤ ਹੋਣੀ, ਔਰ ਉਹ ਵੀ ਇੱਕ ਨਾਮੀ ਪ੍ਰਨਾਮੀ ਵਿਅਕਤੀ ਦੇ ਨਾਲ ਜਿਹਨੂੰ ਦੁਨੀਆ ਪਿਆਰ ਕਰਦੀ ਸੀ। ਮੈਂ ਸਮਝਦਾ ਕਿ ਇਸ ਤੋਂ ਅਨਹੋਣੀ ਘਟਨਾ ਕੋਈ ਵਾਪਰ ਨਹੀਂ ਸਕਦੀ। ਨਾ ਕੇਵਲ ਸਿੱਧੂ ਮੂਸੇਵਾਲਾ, ਇਸ ਤੋਂ ਪਹਿਲਾਂ ਕਈ ਕਬੱਡੀ ਖਿਡਾਰੀ, ਔਰ ਤਕਰੀਬਨ ਅੱਜ ਮੈਨੂੰ ਕੁਝ ਸਾਥੀ ਦੱਸ ਰਹੇ ਸਨ ਕਿ 38 ਤੋਂ 40 ਲੋਕਾਂ ਦੀਆਂ ਮੌਤਾਂ ਇਸੇ ਤਰ੍ਹਾਂ ਪੰਜਾਬ ਗਵਾ ਚੁੱਕਿਆ ਹੈ। ਔਰ ਵਾਰ-ਵਾਰ ਸਰਕਾਰ ਟਾਸਕ ਫੋਰਸ ਦੀ ਗੱਲ ਕਰਦੀ ਹੈ, ਲੇਕਿਨ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਔਰ ਮੈਨੂੰ ਅਫਸੋਸ ਹੈ, ਜਾਣ ਵਾਲਾ ਤਾਂ ਚਲਾ ਗਿਆ, ਉਹ ਰੰਗਲਾ ਸਾਥੀ ਚਲਾ ਗਿਆ ਜਿਹਦੀ ਆਵਾਜ਼ ਤੇ ਦੁਨੀਆ ਦੇ ਵਿੱਚ ਰਹਿੰਦੇ ਲੋਕ ਝੂਮ ਉੱਠਦੇ ਸਨ। ਨਾ ਕੇਵਲ ਸਿੱਧੂ ਪੰਜਾਬੀਆਂ ਦਾ ਚਹੇਤਾ ਸੀ, ਅੱਜ ਮੈਂ ਵੇਖਿਆ ਕਿ ਅਮਰੀਕਾ ਦੀ ਧਰਤੀ ਤੇ ਜੰਮੇ ਡਰੇ ਵਰਗੇ ਰੈਪਰ ਤੇ ਨਾਲ ਹੀ ਬੰਬੇ 'ਚ ਜਿਹੜੇ ਸਾਡੇ ਬਾਲੀਵੁੱਡ ਦੇ ਸਾਡੇ ਕਲਾਕਾਰ ਸਾਥੀ ਨੇ, ਔਰ ਚਾਹੇ ਕੋਈ ਰਾਜਨੀਤਿਕ ਸਾਥੀ ਹੋਵੇ, ਹਰ ਵਿਅਕਤੀ ਨੇ ਸਿੱਧੂ ਦੇ ਜਾਣ ਦਾ ਗਹਿਰਾ ਦੁੱਖ ਮਨਾਇਆ ਹੈ। ਲੋਕਾਂ ਨੂੰ ਗਹਿਰਾ ਸਦਮਾ ਲੱਗਿਆ ਹੈ। ਮੈਨੂੰ ਤਾਂ ਖੁਦ ਨੂੰ ਯਕੀਨ ਨਹੀਂ ਹੋ ਰਿਹਾ ਕਿ ਸਾਡਾ ਉਹ ਸਾਥੀ ਸਾਡੇ ਵਿਚਕਾਰ ਨਹੀਂ ਰਿਹਾ। ਔਰ ਮੈਨੂੰ ਇਹ ਵੀ ਸਮਝ ਨਹੀਂ ਆਉਂਦੀ ਕਿ ਮੈਂ ਸਿੱਧੂ ਸਾਹਿਬ ਦੇ ਮਾਂ-ਬਾਪ ਨੂੰ ਕਿਵੇਂ ਦਿਲਾਸਾ ਦਿਵਾਵਾਂ। ਕੱਲ ਜਦੋਂ ਰਾਤ ਦੇ ਵੇਲੇ ਮੈਂ ਉਹਨਾਂ ਦੇ ਘਰ ਗਿਆ ਤੇ ਰਾਤ ਨੂੰ ਮੇਰੀ ਮਾਂ ਪੁੱਛਦੀ ਕਿ ਮੇਰੇ ਪੁੱਤ ਨੂੰ ਲੈ ਕੇ ਆਏ ਹੋ, ਮੇਰੇ ਕੋਲੇ ਕੋਈ ਜਵਾਬ ਨਹੀਂ ਸੀ। ਔਰ ਹੱਥ ਜੋੜ ਕੇ ਕਿਹਾ ਮੇਰੀ ਮਾਂ ਨੇ ਕਿ ਰੱਬ ਦੇ ਵਾਸਤੇ ਇੰਨਾ ਨਾਮ ਕਿਸੇ ਦੇ ਪੁੱਤ ਦਾ ਨਾ ਬਣੇ ਤਾਂ ਜੋ ਉਹਨੂੰ ਫਿਰ ਜਾਨ ਦੇਣੀ ਪਊਗੀ। ਇਹ ਡਰ ਤੇ ਜਿਹੜਾ ਭੈ ਦਾ ਮੈਂ ਸਮਝਦਾ ਜਿਹੜਾ ਪੰਜਾਬ ਦੇ ਲੋਕਾਂ ਦੇ, ਮੇਰੀਆਂ ਮਾਵਾਂ ਦੇ ਮਨਾਂ ਵਿੱਚ ਬੈਠਾ ਹੈ, ਇਹਨੂੰ ਪਤਾ ਨਹੀਂ ਕਿਵੇਂ ਕੱਢਾਂਗੇ ਅਸੀਂ ਆਉਣ ਵਾਲੇ ਸਮੇਂ। ਔਰ ਇੱਕ ਤਾਂ ਅਨਹੋਣੀ ਹੋ ਜਾਂਦੀ ਹੈ ਜਿਹਦੇ ਤੇ ਕੋਈ ਚਾਰਾ ਨਹੀਂ ਰਹਿੰਦਾ। ਅਨਹੋਣੀ ਰੁਕਦੀ ਨਹੀਂ। ਇੱਕ ਜਿਹੜੀ ਚੀਜ਼ ਰੋਕੀ ਜਾ ਸਕਦੀ ਸੀ, ਅਗਰ ਸਰਕਾਰ ਚਾਹੁੰਦੀ, ਅਗਰ ਪੰਜਾਬ ਦੀ ਪੁਲਿਸ ਚਾਹੁੰਦੀ ਤਾਂ ਸਿੱਧੂ ਅੱਜ ਸਾਡੇ ਵਿਚਕਾਰ ਹੁੰਦਾ। ਮੈਨੂੰ ਲੱਗਦਾ ਕਿ ਇਹ ਨਾਕਾਮੀ ਰਹੀ ਸਰਕਾਰ ਦੀ, ਇੱਕ ਆਪਦੀ ਵਾਹਵਾ ਦੇ ਪਿੱਛੇ ਕਿ ਮੈਂ ਸਿੱਧੂ ਮੂਸੇਵਾਲੇ ਦੇ ਗਨਮੈਨ ਵਾਪਸ ਲੈ ਲਏ। ਕਿਸੇ ਨੇ ਇਹ ਨਹੀਂ ਸੋਚਿਆ ਕਿ ਤੁਹਾਡੇ ਗਨਮੈਨ ਵਾਪਸ ਲੈਣ ਦੇ ਨਾਲ ਕਿਸੇ ਦਾ 27 ਸਾਲਾਂ ਦਾ ਪੁੱਤ ਜਿਹਦੀਆਂ ਅੱਖਾਂ ਦਾ ਤਾਰਾ ਹੀ ਉਹ ਸੀ। ਅੱਜ ਮੈਨੂੰ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ ਬਚਪਨ 'ਚ ਜਦੋਂ ਸਿੱਧੂ ਬਿਮਾਰ ਹੋ ਗਿਆ, ਮੈਂ ਆਪਦਾ ਸਾਈਕਲ ਵੇਚ ਕੇ 40 ਰੁਪਏ ਦਿਹਾੜੀ ਤੇ ਜਾ ਕੇ ਮੈਂ ਸਿੱਧੂ ਦਾ ਇਲਾਜ ਕਰਾਇਆ। ਅੱਜ ਮੈਂ ਉਸੇ ਸਿੱਧੂ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਤੋਰ ਕੇ ਆਵਾਂਗਾ। ਮੇਰੇ ਤੋਂ ਮਰਿਆ ਨਹੀਂ ਜਾ ਰਿਹਾ, ਹੋਰ ਕੋਈ ਚਾਰਾ ਨਹੀਂ। ਪਹਿਲਾਂ ਕਹਿੰਦੇ ਨੇ, ਉਹਨਾਂ ਨੇ ਕਿਹਾ ਕਿ ਗੈਂਗਵਾਰ ਦਾ ਨਤੀਜਾ ਹੋ ਸਕਦਾ, ਬਾਅਦ ਵਿੱਚ ਉਹ ਸਪਸ਼ਟੀਕਰਨ ਦਿੰਦੇ ਨੇ, ਕਿਵੇਂ ਦੇਖਦੇ ਹੋ? ਦੇਖੋ, ਬੜੀ ਬਦਕਿਸਮਤੀ ਹੈ ਪੰਜਾਬ ਦੀ, ਤਰਾਸਕੀ ਹੈ। ਸਾਨੂੰ ਡੀਜੀ ਸਾਹਿਬ ਨੂੰ ਮਜਬੂਰ ਕਰਨਾ ਪਿਆ ਔਰ ਇਹ ਗੱਲ ਕਹਿਣੀ ਪਈ ਕਿ ਤੁਸੀਂ ਗਲਤ ਇਲਜ਼ਾਮਾਤ ਲਾ ਰਹੇ ਹੋ। ਇੱਕ ਹੋਣਹਾਰ ਵਿਅਕਤੀ ਨੂੰ ਇਸ ਤਰ੍ਹਾਂ ਇਲਜ਼ਾਮ ਲਾ ਕੇ 4 ਮਿੰਟ ਵਾਸਤੇ ਪ੍ਰੈਸ ਕਾਨਫਰੰਸ ਕਰਦੇ ਹੋ ਔਰ ਉਹਦੇ ਤੇ ਇਲਜ਼ਾਮਾਤ ਲਾ ਦਿੰਦੇ ਹੋ ਕਿ ਉਹ ਗੈਂਗਵਾਰ ਦਾ ਹਿੱਸਾ ਸੀ। ਇਸ ਕਰਕੇ ਅੱਜ ਉਹਨਾਂ ਨੇ ਆਪਦੇ ਬਿਆਨਾਂ ਨੂੰ ਸੋਧਿਆ ਤੇ ਵਾਪਸ ਲਿਆ। ਚਲੋ, ਮੈਂ ਸਮਝਦਾ ਕਿ ਦੇਰ ਹੋਈ ਲੇਕਿਨ ਦੁਰਸਤ ਹੋਈ, ਬਾਅਦ 'ਚ ਸਮਝ ਆਈ। ਤੁਸੀਂ ਅਫਸੋਸ ਦੀ ਗੱਲ ਕਰਦੇ ਹੋ, ਮੈਂ ਕੋਈ ਫੋਟੋ ਪਾਈ ਸਿੱਧੂ ਦੀ, ਕੋਈ ਫੋਟੋ ਮੈਨੂੰ ਕਿਤੇ ਨਜ਼ਰ ਨਹੀਂ ਆਈ। ਆਮ ਆਦਮੀ ਪਾਰਟੀ ਵਾਲਿਆਂ ਦੇ ਫੇਸਬੁੱਕ ਅਕਾਊਂਟ ਤੇ ਕੋਈ ਇਲਜ਼ਾਮ ਲਾਉਂਦੇ ਨਜ਼ਰ ਆਏ ਕਿ ਸਿੱਧੂ ਸਿਕਿਉਰਿਟੀ ਨਹੀਂ ਲੈ ਕੇ ਗਿਆ। ਸਿੱਧੂ ਨੂੰ ਬੁਲੇਟ ਪ੍ਰੂਫ ਕਾਰ ਦਿੱਤੀ ਸੀ। ਸਿੱਧੂ ਨੂੰ ਕਿਸੇ ਨੇ ਬੁਲੇਟ ਪ੍ਰੂਫ ਕਾਰ ਨਹੀਂ ਦਿੱਤੀ। ਉਹਦੇ ਬਾਪ ਨੇ ਉਹਨੂੰ ਕਾਰ ਬੁਲੇਟ ਪ੍ਰੂਫ ਬਣਵਾ ਕੇ ਦਿੱਤੀ ਸੀ। ਉਹਦੀ ਜਾਨ ਨੂੰ ਖਤਰਾ ਸੀ। ਅੱਜ ਮੈਨੂੰ ਉਹਨੇ ਇਹ ਵੀ ਦੱਸਿਆ ਉਹਨਾਂ ਨੇ ਕਿ ਮੈਂ ਮਗਰਲੇ 3 ਸਾਲਾਂ ਤੋਂ
घर ਦੇ ਲੌਣ 'ਚ ਫਰਾਟਾ ਪੱਖਾ ਲਾ ਕੇ ਸੌਂਦਾ ਹੈ, ਕਿਉਂਕਿ ਮਗਰਲੇ 3 ਸਾਲਾਂ ਤੋਂ ਸਿੱਧੂ ਮੂਸੇਵਾਲੇ ਨੂੰ ਜਿਹੜਾ ਥ੍ਰੈਟ ਹੈ, ਜਿਹੜੀਆਂ ਧਮਕੀਆਂ ਔਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਸੋ ਅੱਜ ਅਕਸਰ ਉਹ ਆਪਦੇ ਪੁੱਤਰ ਨੂੰ ਖੋ ਚੁੱਕੇ। ਜੇਕਰ ਸਰਕਾਰ ਵੱਲੋਂ ਕਿੰਨੇ ਜਿਹੜੇ ਨੇ ਪੁਆਇੰਟ ਨਹੀਂ ਮੰਨੀ ਜਾਂਦੀ ਤਾਂ ਕੀ ਕੋਈ ਧਰਨਾ ਪ੍ਰਦਰਸ਼ਨ ਨਹੀਂ ਹੋ ਸਕਦਾ? ਸੋ ਸਾਰਾ ਕੁਝ ਪਰਿਵਾਰ, ਕਿਉਂਕਿ ਇਸ ਮੁੱਦੇ ਤੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਜੋ ਵੀ ਪਰਿਵਾਰ ਦਾ ਅਗਲਾ ਫੈਸਲਾ ਹੋਏਗਾ ਉਹ ਪਰਿਵਾਰ ਨੂੰ ਪੁੱਛ ਕੇ ਜੋ ਵੀ ਫੈਸਲਾ ਹੋਏਗਾ, ਅਸੀਂ ਸਭ ਲੋਕ, ਕਿਉਂਕਿ ਉਹ ਸਾਡੀ ਪਾਰਟੀ ਦਾ ਇੱਕ ਮੈਂਬਰ ਸੀ, ਨੁਮਾਇੰਦਾ ਸੀ, ਪਰਿਵਾਰ ਦਾ ਸਾਥੀ ਸੀ, ਉਹਦਾ ਅਸੀਂ ਸਾਥ ਦਿਆ। ਜੀ ਬਿਲਕੁਲ ਅਸੀਂ ਨਹੀਂ ਕੁਝ ਕਿਹਾ ਜੀ, ਅਸੀਂ ਕੀ ਕਿਹਾ? ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਮ ਰੇਸ਼ਮ ਸਿੰਘ ਹੈ ਜੀ, ਨਾਲ ਹੀ ਮੇਰਾ ਪਿੰਡ ਹੈ ਜੀ, ਇੱਥੋਂ ਗੇਲੇ ਮੂਸੇ ਦੇ ਨਾਲ ਹੀ ਹੈ ਤਕਰੀਬਨ ਸਾਡਾ ਪਿੰਡ ਜੀ। ਤੇ ਕੱਲ ਇਸ ਇਲਾਕੇ ਦੇ ਨੌਜਵਾਨ, ਜਿਹੜਾ ਇਸ ਇਲਾਕੇ ਦਾ ਮਾਣ ਵੀ ਸੀ ਤੇ ਪੂਰੇ ਪੰਜਾਬ ਦਾ ਮਾਣ ਸੀਗਾ, ਤੇ ਉਹਨਾਂ ਦੇ ਇਸ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ, ਤੇ ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਬਹੁਤ ਮਾੜਾ ਹੋਇਆ ਜੀ। ਸਾਡੇ ਦੇ ਏਰੀਏ ਦੀ ਪਛਾਣ ਹੀ ਇਹਨਾਂ ਨੇ ਕਰੀ ਸੀ। ਵੈਸੇ ਸਾਡਾ ਤਾਂ ਇਲਾਕਾ ਕਿਤੋਂ ਪਿੱਛੇ ਸੀਗਾ ਜੀ। ਜਦੋਂ ਦੇ ਇਹਨੇ ਗਾਉਣ ਲੱਗੇ ਨੇ ਉਦੋਂ ਦੀ ਲੋਕਾਂ ਨੂੰ ਪਤਾ ਲੱਗਿਆ ਸੀਗਾ ਵੀ ਮਾਨਸਾ 'ਚ ਇਹ ਵੀ ਪਿੰਡ ਹੈਗੇ ਨੇ ਜੀ ਪੰਜਾਬ ਦੇ। ਕੋਈ ਬਹੁਤ ਮਾੜਾ ਹੋਇਆ ਜੀ ਵੀ ਐਂ ਗੋਲੀਆਂ ਮਾਰਨਾ ਜੀ। ਵੈਸੇ ਤਾਂ ਇਕੱਲਾ ਹੀ ਸੀ ਮਾਂ ਪਿਓ ਦਾ ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਕਤਲकांड ਦੇ ਪਿੱਛੇ ਕਿਹਨਾਂ ਦਾ ਹੱਥ ਹੋ ਸਕਦਾ ਹੈ? ਬਾਕੀ ਮੈਂ ਡੋੜ ਕਹਿ ਰਿਹਾ ਜੀ, ਕੋਈ ਗੈਂਗਵਾਰ ਕਹਿ ਰਿਹਾ ਜੀ, ਕੋਈ ਸਰਕਾਰ ਦਾ ਦੋਸ਼ ਲਾ ਰਿਹਾ ਜੀ। ਵੈਸੇ ਤਾਂ ਕੋਈ ਨਹੀਂ, ਵੀ ਇਹ ਤਾਂ ਗਾਉਣ ਵਾਲੇ ਸੀ, ਗਾਉਂਦੇ ਸੀ, ਸਹੀ ਗੱਲਾਂ ਕਰਦੇ ਸੀ। ਬਸ ਇਹਨਾਂ ਗੱਲਾਂ ਦੀ ਕੋਈ ਲੋਕਾਂ ਨੂੰ ਕੋਈ ਦੁੱਖ ਲੱਗਿਆ ਹੋਊ ਤਾਂ ਉਹਨਾਂ ਨਹੀਂ ਕੋਈ ਐਦਾਂ ਹੋਇਆ ਜੀ। ਵੈਸੇ ਠੀਕ ਸੀਗੀ, ਸਾਡੇ ਗਾਉਂਦੇ ਸੀ, ਵਧੀਆ ਸੀਗੇ ਜੀ, ਏਰੀਏ ਦੇ ਮਾਨ ਸੀਗੇ ਜੀ। ਪੰਜਾਬ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਤੁਸੀਂ? ਉਮੀਦ ਤਾਂ ਹੁਣ ਚੱਲੀ ਜਾਂਦੀਆਂ ਗੱਲਾਂ ਵੀ ਉਮੀਦ ਹੋ ਵੀ ਸਕਦੀ ਹੈ ਜੀ। ਵੈਸੇ ਉਹ ਵੀ ਇਸੇ ਲਾਈਨ ਨਾਲ ਜੁੜੇ ਹੋਏ ਸੀ ਭਗਵੰਤ ਮਾਨ ਜੀ। ਬਾਕੀ ਚੱਲੀ ਜਾਂਦਾ ਜੀ ਵੀ ਕਿੱਦਾਂ ਹੋਊਗਾ, ਵੀ ਹੋ ਤਾਂ ਸਕਦਾ ਵੀ ਉਹ ਵੀ ਸੋਚਣਗੇ ਜੀ ਕੁਛ ਇਹਨਾਂ ਬਾਰੇ, ਕਿਉਂ ਇਸੇ ਲਾਈਨ 'ਚੋਂ ਨੇਗੇ ਜੋ ਵੀ ਜੀ। ਹਾਂ, ਬਾਕੀ ਚਲੋ ਲੋਕ ਤਾਂ ਕਹਿ ਰਹੇ ਨੇ ਵੀ ਸਰਕਾਰ ਨੇ ਮਾੜਾ ਕਰਿਆ ਜੀ। ਹਾਲ ਤੱਕ ਤਾਂ ਮਾੜਾ ਹੀ ਕਹਿ ਰਹੇ ਨੇ ਜੀ। ਬਾਕੀ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਮੈਮ ਵੀ ਕਿੱਦਾਂ ਹੋਣਾ ਜੀ।
ਕੋਲ ਤਾਂ ਕੁਝ ਵਰਡ ਹੀ ਨਹੀਂ ਆ ਕਹਿਣ ਲਈ, ਕਿਉਂਕਿ ਮੇਰਾ ਵੀਰ ਇਹ ਦੁਨੀਆ ਤੋਂ ਚਲਿਆ ਗਿਆ। ਜਿੰਨੇ ਵੀ ਇੱਕ ਭੈਣ ਤੋਂ ਦਾ ਵੀਰ ਖੋਇਆ ਆ, ਰੱਬ ਉਹਨੂੰ ਕਦੀ ਖੁਸ਼ ਨਹੀਂ ਰੱਖੂਗਾ। ਮੈਂ ਤੇ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਉਹ ਮਤਲਬ ਉਸ ਕਤਲ ਦੀ ਕੀਤੇ ਗਏ ਲਏ ਗਏ ਪੈਸਿਆਂ ਨਾਲ ਰੋਟੀ ਕਿੱਦਾਂ ਖਾਊਗਾ, ਆਪਣੇ ਬੱਚਿਆਂ ਨੂੰ ਕਿੱਦਾਂ ਖਵਾਊਗਾ। ਇਹ ਸਭ ਇੱਕ ਖੇਲ ਆ, ਕਿਉਂਕਿ ਕਿੱਦਾਂ ਪਤਾ ਲੱਗ ਗਿਆ ਵੀਰ ਘਰੋਂ ਬਾਹਰ ਚਲ ਗਿਆ ਆ, ਕਿੱਦਾਂ ਪਤਾ ਸੀ ਉਹਨਾਂ ਨੂੰ ਕਿ ਵੀਰ ਨਾਲ ਇੰਨੇ ਬੰਦੇ ਅੱਜ ਵੀਰ ਕੋ ਕੁਝ ਨਹੀਂ ਹੈਗਾ। ਇਹ ਸਭ ਇੱਕ ਸਾਜ਼ਿਸ਼ ਹੀ, ਉਹਨਾਂ ਦਾ ਆਪਣਾ ਹੀ ਕੋਈ ਬੰਦਾ ਜਿੰਨੇ ਸਾਡੀ ਸੂਹ ਦਿੱਤੀ ਆ ਵੀਰ ਲਈ। 2 ਦਿਨ ਪਹਿਲਾਂ ਜੋ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲਈ ਗਈ ਹੈ, ਤੁਸੀਂ ਦੇਖਦੇ ਹੋ ਕਿ ਹੋ ਸਕਦਾ ਇਸ ਕਰਕੇ ਹੀ ਵੱਡੀ ਦੁਰਘਟਨਾ ਵਾਪਰੀ ਹੈ? ਹਾਂਜੀ, ਸ਼ੱਕ ਤੇ ਸਾਡਾ ਜਾਂਦਾ ਭਗਵੰਤ ਮਾਨ ਤੇ, ਕਿਉਂਕਿ ਉਹਨਾਂ ਨੇ ਹਜੇ ਕੱਲ ਸਿਕਿਉਰਿਟੀ ਸਾਡੀ ਉਹਨਾਂ ਨੇ ਲਈ ਆ ਤੇ ਅਗਲੇ ਦਿਨ ਉਹਨਾਂ ਤੇ ਹਮਲਾ ਹੋ ਗਿਆ ਆ। ਇਦਾਂ ਕਿੱਦਾਂ ਹੋ ਸਕਦਾ ਆ? ਇਹ ਸਾਡੀ ਸੱਚੀ ਸਾਜ਼ਿਸ਼ ਹੀ ਆ।